ਮਜੀਠੀਆ ਵੱਲੋਂ ਐਲਾਨ ਕੀਤਾ ਗਿਆ ਹੈ कि ਵੱਧ ਤੋਂ ਵੱਧ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਨੇ, ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਨੇ, ਉਹ ਸਿੰਘੂ ਬਾਰਡਰ ਤੇ ਪਹੁੰਚਣ ਜਾਂ ਵੱਖ-ਵੱਖ ਬਾਰਡਰਾਂ ਤੇ ਪਹੁੰਚਣ। ਸ਼੍ਰੋਮਣੀ ਅਕਾਲੀ ਦਲ ਆਪਣਾ ਝੰਡਾ ਲੈ ਕੇ ਜਾਏਗੀ ਕਿ ਜਾਂ ਕਿਸਾਨੀ ਝੰਡੇ ਦੇ ਹੇਠ ਹੀ ਇਹ ਸਾਰਾ ਕੁਝ ਹੋਏਗਾ ਔਰ ਅਸੀਂ ਆਪਣਾ ਲਾਹਾ ਲੈਣ ਦੀ ਕੋਸ਼ਿਸ਼ ਨਹੀਂ ਕਰੇਗਾ। ਕੀਤੀ ਗਈ ਤੇ ਮੈਂ ਚੇਤਾਵਨੀ ਦਿੰਦਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ, ਇਹ ਤਰ੍ਹਾਂ ਦੇ ਜਿਹੜੇ ਹੱਥਕੰਡੇ ਤੇ ਜਿਹੜੇ ਤਜਰਬੇ ਕਰ ਰਿਹਾ ਇਹ ਕਰਨ ਤੋਂ ਗੁਰੇਜ਼ ਆ ਜੋ, ਨਹੀਂ ਤਾਂ ਸਭ ਇਹਦਾ ਰਿਜ਼ਲਟ ਬਹੁਤ ਮਾੜਾ ਨਿਕਲੂਗਾ। ਇਹ ਖਾਸ ਤੌਰ ਤੇ ਪੰਜਾਬੀਆਂ ਤੇ ਖਾਸ ਤੌਰ ਤੇ ਸਿੱਖਾਂ ਦੇ ਮੂੰਹ ਦੇ ਵਿੱਚ ਉਹਨਾਂ ਦੇ ਉੱਪਰ ਖਾਲਿਸਤਾਨ ਦੀ ਗੱਲ ਠੋਸਣ ਦੀ ਗੱਲ ਕਰ ਰਹੇ ਆ ਨਾ, ਇਹਨਾਂ ਲੋਕਾਂ ਨੂੰ ਸਮਝਣਾ ਚਾਹੀਦਾ ਇਹਦਾ ਨਤੀਜੇ ਬੜੇ ਗੰਭੀਰ ਨਿਕਲਣਗੇ। ਖਾਲਿਸਤਾਨੀ ਤੱਤ ਆ ਗਏ ਸੀ, ਖਾਲਿਸਤਾਨੀ ਤੱਤ ਆਏ ਸੀ ਤੇ ਕੀ ਗੱਲ ਉਹਨਾਂ ਖਾਲਿਸਤਾਨੀ ਤੱਤਾਂ ਦਾ ਸਰਕਾਰ ਨੂੰ ਪਹਿਲਾਂ ਪਤਾ ਨਹੀਂ ਲੱਗ ਸਕਿਆ, ਸਰਕਾਰ ਉਹਨਾਂ ਨੂੰ ਆਇਡੈਂਟੀਫਾਈ ਨਹੀਂ ਕਰ ਸਕੀ ਅਜੇ ਤੱਕ ਕਿ ਜਿਹੜੀ ਸਰਕਾਰ ਹੈ ਇਹ ਬੜੇ ਹੋਸ਼ੇ ਪੱਧਰ ਤੇ ਆ ਗਈ ਹੈ, ਹੇਠਲੇ ਪੱਧਰ ਤੇ ਆ ਗਈ ਹੈ। ਇੱਕੋ ਇੱਕ ਇਹਨਾਂ ਦਾ ਕਿ ਸਾਰੇ ਦੇਸ਼ ਦੇ ਵਿੱਚ ਸਿੱਖਾਂ ਨੂੰ ਬਦਨਾਮ ਕੀਤਾ। ਖੇਤੀਬਾੜੀ ਮੰਤਰੀ ਸਾਹਿਬ ਹੈ, ਇਹਨਾਂ ਦੇ ਮੂੰਹ ਵੀ ਨਿਕਲ ਗਈ ਗੱਲ ਕਿ ਅੱਜ ਜੇ ਤੁਹਾਡੇ ਕਹਿਣ ਤੇ ਅਸੀਂ ਬਿੱਲ ਰੱਦ ਕਰ ਦਿੰਦੇ ਆ ਤੇ ਅੰਬਾਨੀ ਤੇ ਅੰਡਾਨੀ ਤੇ ਜਿਹੜੇ ਹੋਰ ਜਿਨ੍ਹਾਂ ਨੇ ਸਰਕਾਰ ਬਣਾਈ ਹੈ ਉਹ ਲੋਕ ਜਿਹੜੇ ਨਾਰਾਜ਼ ਲੈ ਬੈਠੇ ਆ। ਗਲਤ ਇਹਨਾਂ ਲੋਕਾਂ ਨੂੰ ਭੁਲੇਖਾ ਸੀਗਾ ਕਿ ਪਤਾ ਨਹੀਂ ਪੰਜਾਬ ਦੇ ਵਿੱਚੋਂ ਕਿਸੇ ਨੇ ਆਉਣਾ ਕਿ ਨਹੀਂ, ਹਰਿਆਣੇ 'ਚ ਪਤਾ ਆਉਣਾ ਕਿ ਨਹੀਂ, ਯੂਪੀ 'ਚ, ਮਤਲਬ ਸਾਰੀਆਂ ਸਟੇਟਾਂ ਦੇ ਵਿੱਚੋਂ ਲੋਕਾਂ ਨੇ। ਪਰ ਇਹ ਮੈਂ ਦੱਸ ਦੇਣਾ ਚਾਹੁੰਦਾ ਸਰਕਾਰ ਨੂੰ ਕਿ ਇਹ ਅੰਦੋਲਨ ਨਾ ਫੇਲ ਪਹਿਲਾਂ ਕਦੀ ਜਿੱਥੇ ਕਿਸਾਨਾਂ ਨੇ, ਪੰਜਾਬੀਆਂ ਨੇ ਤੇ ਖਾਸ ਤੌਰ ਤੇ ਸਿੱਖਾਂ ਨੇ ਜਿੱਥੇ ਕੋਈ ਮੋਰਚਾ ਲਾਇਆ ਹੋਵੇ, ਇਤਿਹਾਸ ਗਵਾਹ ਹੈ ਉਹ ਕਦੀ ਮੋਰਚਾ ਅਸਫਲ ਨਹੀਂ ਹੋਇਆ। ਸਤਿ ਸ਼੍ਰੀ ਅਕਾਲ ਦੋਸਤੋ, ਡੇਲੀ ਨਿਊਜ਼ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਪਲਵਿੰਦਰ ਸਿੰਘ। ਦਲ ਵੱਲੋਂ ਬਿਕਰਮ ਸਿੰਘ ਮਜੀਠੀਆ ਵੱਲੋਂ ਕੱਲ ਆਪਣੇ ਸਾਰੇ ਹੀ ਅਕਾਲੀ ਵਰਕਰਾਂ ਨੂੰ ਦਿੱਲੀ ਬਾਰਡਰ ਪਹੁੰਚਣ ਦੇ ਲਈ ਅਪੀਲ ਕੀਤੀ ਗਈ ਹੈ। ਦੇਖਣਾ ਹੋਏਗਾ ਕੁਝ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਕਿਸਾਨੀ ਝੰਡੇ ਹੇਠ ਇਕੱਠੇ ਹੁੰਦੇ ਨੇ ਜਾਂ ਆਪਣੇ ਝੰਡੇ ਦੇ ਇਕੱਠੇ ਹੁੰਦੇ ਨੇ। ਸੋ ਕੁਲਦੀਪ ਸਿੰਘ ਔਲਖ ਜੀ ਨਾਲ ਗੱਲ ਕਰਦੇ ਹਾਂ, ਸ਼੍ਰੋਮਣੀ ਅਕਾਲੀ ਦਲ ਦਾ ਕੀ ਪਲਾਨ ਰਹੇਗਾ ਔਰ ਕਿਸ ਤਰ੍ਹਾਂ ਇਸ ਕਿਸਾਨੀ ਅੰਦੋਲਨ ਦੇ ਵਿੱਚ ਸਮਰਥਨ ਦੇਣ ਦੀ ਤਿਆਰੀ ਹੈ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਔਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਕੁਲਦੀਪ ਸਿੰਘ ਔਲਖ ਜੀ, ਬਹੁਤ ਬਹੁਤ ਸਵਾਗਤ ਹੈ ਆਪ ਜੀ ਦਾ। ਥੈਂਕ ਯੂ। ਬਿਕਰਮ ਸਿੰਘ ਮਜੀਠੀਆ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਵੱਧ ਤੋਂ ਵੱਧ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਨੇ, ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਨੇ, ਉਹ ਸਿੰਘੂ ਬਾਰਡਰ ਤੇ ਪਹੁੰਚਣ ਜਾਂ ਵੱਖ-ਵੱਖ ਬਾਰਡਰਾਂ ਤੇ ਪਹੁੰਚਣ, ਦਿੱਲੀ ਅੰਦੋਲਨ 'ਚ ਸਮਰਥਨ ਦੇਣ। ਕਿਸ ਤਰ੍ਹਾਂ ਦੇਖਦੇ ਹੋ ਕਿਸਾਨੀ ਅੰਦੋਲਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆਪਣਾ ਝੰਡਾ ਲੈ ਕੇ ਜਾਏਗੀ ਕਿ ਜਾਂ ਕਿਸਾਨੀ ਝੰਡੇ ਦੇ ਹੇਠ ਹੀ ਇਹ ਸਾਰਾ ਕੁਝ ਹੋਏਗਾ ਔਰ ਆਪਣਾ ਸਿਆਸੀ ਉੱਥੇ ਰੁਤਬਾ ਛੱਡ ਕੇ ਸਿਆਸੀ ਆਪਣਾ ਲਾਹਾ ਲੈਣ ਦੀ ਕੋਸ਼ਿਸ਼ ਨਹੀਂ ਕਰੇਗਾ ਅਕਾਲੀ ਦਲ? ਦੇਖੋ ਜੀ, ਜਿੱਥੋਂ ਤੱਕ ਅੱਜ ਤੁਸੀਂ ਕਿਸਾਨ ਮੋਰਚੇ ਦੀ ਗੱਲ ਕੀਤੀ ਹੈ, ਇਹ ਹੁਣ ਕੋਈ ਜਥੇਬੰਦੀ, ਕਿਸੇ ਕੋ ਪਾਰਟੀ, ਕੋਈ ਧੜੇ ਤੋਂ ਵਾਲੀ ਗੱਲ ਨਹੀਂ ਰਹਿ ਗਈ, ਉਸ ਤੋਂ ਬਹੁਤ ਉੱਪਰ ਹੋ ਚੁੱਕਾ ਹੈ। ਜਿਵੇਂ ਕਿ ਅੱਜ ਬੜੇ ਵਕਾਰ ਦੀ ਗੱਲ ਬਣ ਚੁੱਕੀ ਹੈ। ਇਹ ਜਿਹੜੀ ਹੰਕਾਰੀ ਮੋਦੀ ਸਰਕਾਰ ਹੈ, ਇਹਨੇ ਜਿਹੜਾ ਡੈਮੋਕ੍ਰੇਸੀ ਦਾ ਕਤਲ ਕੀਤਾ ਹੈ, ਬੜੇ ਵੱਡੇ ਪੱਧਰ 'ਤੇ ਇਹ ਜਿਹੜਾ ਹੰਕਾਰੀ ਪ੍ਰਧਾਨ ਮੰਤਰੀ ਸਾਡੇ ਦੇਸ਼ ਦੇ ਵਿੱਚ ਹੈ, ਜਿਸ ਦੀ ਸੋਚ ਇੱਕੋ ਹੀ ਹੈ ਕਿ ਚਾਹੇ ਕੋਈ ਵੀ ਵਰਗ ਹੈ, ਹਰੇਕ ਵਰਗ ਨੂੰ ਦਬਾ ਕੇ ਰੱਖਣਾ ਹੈ। ਜਿੱਥੋਂ ਤੁਸੀਂ ਗੱਲ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਕਿਸ ਤਰੀਕੇ ਨਾਲ ਉੱਥੇ ਪਹੁੰਚੇਗਾ, ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸ਼ੁਰੂ ਤੋਂ ਲੈ ਕੇ ਉੱਥੇ ਪਹੁੰਚੇ ਹੋਏ ਆ। ਕੋਈ ਸਿਰਫ ਤੇ ਸਿਰਫ ਇੱਕੋ ਸਾਡੀ ਗੱਲ ਹੈ ਕਿ ਕਿਸਾਨੀ ਝੰਡੇ ਦੇ ਹੇਠ ਇਕੱਠੇ ਹੋ ਕੇ ਉੱਥੇ ਸਾਰੇ ਸਾਡੇ ਵਰਕਰ ਪਹੁੰਚੇ ਆ, ਕਿਉਂਕਿ ਇਹ ਅੱਜ ਕੋਈ ਅਲੱਗ-ਅਲੱਗ ਉੱਥੇ ਇਕੱਠੇ ਜਾ ਕੇ ਜਾਂ ਅਲੱਗ-ਅਲੱਗ ਗੱਲ ਕਰਨ ਦਾ ਕੋਈ ਸਮਾਂ ਨਹੀਂ ਹੈਗਾ। ਅੱਜ ਬੜੇ ਵੱਡੇ ਪੱਧਰ 'ਤੇ ਸਾਨੂੰ ਚੈਲੰਜ ਮਿਲਿਆ ਇੱਕ, ਜਿਵੇਂ ਤੁਸੀਂ 26 ਜਨਵਰੀ ਦੀ ਗੱਲ ਕੀਤੀ ਹੈ, ਇਹਦੇ ਲਈ ਹਾਲਾਤ ਕਿਵੇਂ ਪੈਦਾ ਹੋਏ। ਜਿਹੜੇ ਲੋਕ ਬੜੇ ਵੱਡੇ ਦਾਅਵੇ ਕਰ ਰਹੇ ਹੈ ਤੇ ਖਾਸ ਤੌਰ 'ਤੇ ਉਹਨਾਂ ਦੀ ਇੱਕ ਕੋਸ਼ਿਸ਼ ਹੈ ਕਿ ਸਿੱਖ ਕੌਮ ਨੂੰ ਬਦਨਾਮ ਕੀਤਾ ਜਾਵੇ, ਪੰਜਾਬੀਆਂ ਨੂੰ ਬਦਨਾਮ ਕੀਤਾ ਜਾਵੇ, ਤੇ ਤਿਰੰਗੇ ਦੀ ਗੱਲ ਕਰਦੇ ਆ ਜਿਹੜਾ ਕਿ ਸਾਨੂੰ ਜਾਨ ਤੋਂ ਵੀ ਵੱਧ ਪਿਆਰਾ ਹੈ। ਤੇ ਜਿਹੜੇ ਤਰ੍ਹਾਂ ਦੀਆਂ ਲੋਕਾਂ ਤਿਰੰਗੇ ਬਾਰੇ ਗੱਲਾਂ ਕਰ ਰਹੇ ਆ, ਇਹਨਾਂ ਲੋਕਾਂ ਦਾ ਕਿੰਨਾ ਕੁ ਯੋਗਦਾਨ ਹੈ ਤਿਰੰਗੇ ਦੇ ਵਾਸਤੇ। ਇਹਨਾਂ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ 85% ਤੋਂ ਵੱਧ ਪੰਜਾਬੀਆਂ ਨੇ ਕੁਰਬਾਨੀਆਂ ਕੀਤੀਆਂ, ਚਾਹੇ ਸ਼ਹੀਦ ਭਗਤ ਸਿੰਘ ਦੀ ਗੱਲ ਹੈ, ਕਰਤਾਰ ਸਿੰਘ ਸਰਾਭਾ ਜੀ ਦੀ ਗੱਲ ਹੈ, ਸ਼ਹੀਦ ਊਧਮ ਸਿੰਘ ਦੀ ਗੱਲ ਹੈ। ਮੈਂ ਜੇ ਜ਼ਿਕਰ ਕਰਨ ਲੱਗ ਜਾਵਾਂ ਤਾਂ ਬੜਾ ਲੰਮਾ ਸਮਾਂ ਲੱਗਦਾ ਹੈ। ਕਾਲੇ ਪਾਣੀਆਂ ਦੇ ਵਿੱਚ
ਜਿੱਥੇ ਵੀ ਜਾਓ ਜਾ ਕੇ ਲਿਸਟਾਂ ਦੇਖੋ, ਪੰਜਾਬੀਆਂ ਦੀ ਕਿੱਡਾ ਨਾਮ ਆ ਉੱਥੇ, ਕਿੱਡੇ ਵੱਡੇ ਪੱਧਰ ਤੇ ਪੰਜਾਬੀਆਂ ਨੇ ਕੁਰਬਾਨੀਆਂ ਕਰਕੇ ਇਹ ਦੇਸ਼ ਦੀ ਵਿੱਚ ਆਜ਼ਾਦੀ ਲੈ ਕੇ ਆਂਦੀ। ਤੇ ਜੇ ਲਾਲ ਕਿਲ੍ਹੇ ਦੇ ਵਿੱਚ ਝੰਡਾ ਝੂਲ ਰਿਹਾ ਹੈ ਤਿਰੰਗੇ ਦਾ, ਤੇ ਉਹਦੇ ਵਿੱਚ ਪੰਜਾਬੀਆਂ ਦਾ ਬਹੁਤ ਤੇ ਖਾਸ ਤੌਰ ਤੇ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਹੈ। ਪਰ ਇਹ ਜਿਹੜੀ ਸਰਕਾਰ ਹੈ, ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਜਾਂ ਹੋਰ ਜਿਹੜਾ ਗੋਦੀ ਮੀਡੀਆ ਹੈ, ਜਿਹਨੇ ਸ਼ੁਰੂ ਤੋਂ ਲੈ ਕੇ ਇਹ ਕੋਸ਼ਿਸ਼ ਕੀਤੀ ਹੈ ਕਿ ਇਹ ਜਿਹੜੇ ਦੇਸ਼ ਦੇ ਕਿਸਾਨ ਆ ਇਹਨਾਂ ਨਾਲ ਧੱਕੇ ਕੀਤੇ ਜਾਣ। ਜੇ 26 ਜਨਵਰੀ ਦੀ ਗੱਲ ਹੈ, ਮੰਨ ਲਓ ਇਹ ਹਾਲਾਤ ਕਿਉਂ ਪੈਦਾ ਹੋਏ ਜੀ, ਕਿ ਇਹ 3 ਮਹੀਨੇ ਪਹਿਲਾਂ ਸਾਡੇ ਪੰਜਾਬ ਦੇ ਜਿਹੜੇ ਕਿਸਾਨ ਹੈ ਰੇਲ ਦੀਆਂ ਪਟੜੀਆਂ ਤੇ ਬੈਠੇ ਰਹੇ, ਉਸ ਤੋਂ ਬਾਅਦ ਸਵਾ 2 ਮਹੀਨੇ ਹੋ ਗਏ ਦਿੱਲੀ ਦੇ ਬਾਰਡਰਾਂ ਤੇ ਬੈਠੇ ਹੈ। ਕੀ ਇਹਨਾਂ ਨੇ ਮੌਕਾ ਨਹੀਂ ਦਿੱਤਾ? ਜੇ ਉੱਥੇ ਉਸੇ ਟਾਈਮ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਦੇ, ਇਹ ਜਿਹੜੇ ਕਾਲੇ ਕਾਨੂੰਨ ਹੈ, ਇਹ ਜਿਹੜੇ ਕਿਸਾਨ ਹੈ, ਦੇਸ਼ ਦਾ ਕਿਸਾਨ ਮੈਂ ਕਹੂੰਗਾ, ਇਕੱਲੇ ਪੰਜਾਬ ਜਾਂ ਹਰਿਆਣੇ ਦੇ ਕਿਸਾਨ ਦੀ ਗੱਲ ਨਹੀਂ ਮੈਂ ਕਰੂੰਗਾ, ਇਹ ਸਾਰੇ ਕਿਸਾਨਾਂ ਤੇ ਐਸੇ ਕਾਨੂੰਨ ਬਣਾ ਦਿੱਤੇ ਗਏ ਆ ਜੇ ਕਾਨੂੰਨ ਜਿਸ ਤਰ੍ਹਾਂ ਜਦੋਂ ਲਾਗੂ ਹੋਏ ਉਸ ਸਮੇਂ ਪਤਾ ਲੱਗਣਾ। ਇਹ ਬਣਾਉਣ ਲੱਗਿਆ ਇਹਨਾਂ ਨੇ ਕੋਈ ਲੋਕ ਸਭਾ ਦੇ ਵਿੱਚ ਕੋਈ ਕਿਸੇ ਨੂੰ ਬਹਿਸ ਨਹੀਂ ਕਰਵਾਈ ਤੇ ਰਾਜ ਸਭਾ ਦੇ ਵਿੱਚ ਕੋਈ ਬਹਿਸ ਨਹੀਂ ਕਰਵਾਈ। ਇੱਕ ਇਹਨਾਂ ਦੀ ਕੋਸ਼ਿਸ਼ ਸੀ, ਕਿਉਂਕਿ ਮੈਜੋਰਟੀ ਮਿਲ ਚੁੱਕੀ ਸੀ, ਲੋਕਾਂ ਨੇ ਇੱਕ ਜਿਹੜਾ ਭਾਵੇਂ ਕਹਿ ਲਓ ਵੀ ਗਲਤ ਫੈਸਲਾ ਕਰ ਬੈਠੇ ਨੂੰ ਪ੍ਰਧਾਨ ਮੰਤਰੀ ਬਣਾ ਲਿਆ, ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਵਿੱਚ ਬਣ ਗਈ, ਮੈਜੋਰਟੀ ਮਿਲ ਗਈ ਵੱਡੇ ਪੱਧਰ ਤੇ। ਇਹਨਾਂ ਨੇ ਉਹ ਮੈਜੋਰਟੀ ਨੂੰ ਇਹ ਕੋਸ਼ਿਸ਼ ਕੀਤੀ ਆ ਕਿ ਅਸੀਂ ਹਰੇਕ ਵਰਗ ਨੂੰ ਦਬਾ ਕੇ ਰੱਖਣਾ। ਹਰੇਕ ਵਰਗ ਨੂੰ ਦਬਾਉਣ ਦੇ ਕਰਕੇ ਇਹਨਾਂ ਨੇ ਕੋਈ ਇਹ ਨਹੀਂ ਸਮਝੀ ਵੀ ਅਸੀਂ ਲੋਕ ਸਭਾ ਦੇ ਵਿੱਚ ਕੋਈ ਬਹਿਸ ਕਰਵਾਈਏ, ਕੋਈ ਰਾਜ ਸਭਾ ਦੇ ਵਿੱਚ ਬਹਿਸ ਕਰਵਾਈਏ, ਹਾਂ ਨਾ ਕਰਕੇ ਤੇ ਇਹਨਾਂ ਬਿੱਲ ਪਾਸ ਕਰਵਾ ਲਏ। ਇਸ ਕਰਕੇ ਮੈਂ ਬੇਨਤੀ ਕਰਦਾ, ਕੋਈ ਪਾਰਟੀ ਦੀ ਗੱਲ ਨਹੀਂ, ਕੋਈ ਧੜੇਬੰਦੀ ਦੀ ਗੱਲ ਨਹੀਂ ਗੀ, ਇਹ ਅੱਜ ਇੱਜ਼ਤ ਦੀ ਗੱਲ ਹੈ, ਸਾਡੇ ਰੋਟੀ ਰੋਜੀ ਦਾ ਮਸਲਾ, ਕਿਉਂਕਿ ਆਪਾਂ ਸਾਰੇ ਕਿਸਾਨ ਹੈ। ਜੇ ਕਿਸਾਨਾਂ ਦੇ ਇਹ ਬਿੱਲ ਖੁਦਾ ਨਾ ਖਾਸਤਾ ਹੁਣ ਵਾਪਸ ਨਾ ਹੋਏ ਤੇ ਇਹੋ ਜਿਹਾ ਸਾਨੂੰ ਸੰਤਾਪ ਹੰਡਾਉਣਾ ਪਊਗਾ ਜਿਸ ਦਾ ਆਪਾਂ ਸੋਚਿਆ ਨਹੀਂ ਜਾ ਸਕਦਾ। ਦੂਸਰੇ ਨੰਬਰ ਤੇ ਇਹਨਾਂ ਨੇ ਬਹੁਤ ਸਾਰਾ ਪ੍ਰਚਾਰ ਕੀਤਾ ਕਿ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਆ ਸਾਡੇ, ਇਹ ਨਸ਼ੇੜੀ ਹੋ ਚੁੱਕੇ ਆ, ਗਲਤ ਪਾਸੇ ਜਾ ਚੁੱਕੇ ਆ। ਪਰ ਇਹਨਾਂ ਲੋਕਾਂ ਦੀ ਹੁਣ ਅੱਖਾਂ ਖੁੱਲ੍ਹ ਜਾਣੀਆਂ ਚਾਹੀਦੀਆਂ ਕਿ ਪੰਜਾਬ ਦੇ ਲੋਕ ਜਾਗਰਤ ਹੈ, ਪੰਜਾਬ ਦੇ ਜੇ ਨੌਜਵਾਨ ਹੈ, ਇਹਨਾਂ ਨੇ ਸੰਘਰਸ਼ ਕਰਕੇ ਬੜੇ ਵੱਡੇ ਧੰਨਵਾਦੀਆਂ ਨਾਲ ਹਰਿਆਣੇ ਦੇ ਵੀ ਇਹਨਾਂ ਬੜੀ ਕੋਸ਼ਿਸ਼ ਕੀਤੀ, ਇਹ ਗੋਦੀ ਮੀਡੀਆ ਨੇ ਵੀ, ਤੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸਰਕਾਰ ਦੇ ਮੰਤਰੀ ਸਾਹਿਬਾਨ, ਉੱਥੋਂ ਦਾ ਮੁੱਖ ਮੰਤਰੀ, ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਪੰਜਾਬ ਤੇ ਹਰਿਆਣੇ ਨੂੰ ਆਪਸ ਦੇ ਵਿੱਚ ਲੜਾਇਆ ਜਾਵੇ। ਤਰ੍ਹਾਂ ਦੇ ਇਹਨਾਂ ਨੇ ਗੱਲਾਂ ਬਾਤਾਂ ਕੀਤੀਆਂ, ਪਰ ਧੰਨਵਾਦੀਆਂ ਹਰਿਆਣੇ ਦੇ ਜਿਹੜੇ ਲੋਕ ਹੈ, ਕਿਸਾਨ ਹੈ ਤੇ ਆਮ ਲੋਕ ਵੀ ਹੈ, ਉਹਨਾਂ ਨੇ ਅੱਖਾਂ ਤੇ ਚੁੱਕ ਲਿਆ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਕਿਸਾਨਾਂ ਨੂੰ। ਇਸ ਕਰਕੇ ਉਹਨਾਂ ਦੇ ਵੀ ਧੰਨਵਾਦੀ ਹਾਂ। ਤੇ ਅੱਜ ਆਪਾਂ ਨੂੰ ਸਾਰੇ ਗਿਲੇ ਸ਼ਿਕਵੇ ਭੁੱਲ ਕੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਬਿਕਰਮ ਸਿੰਘ ਜੀ ਮਜੀਠੀਆ ਸਾਹਿਬ ਨੇ ਜੋ ਸਾਨੂੰ ਕਾਲ ਦਿੱਤੀ ਹੈ, ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਰਕਰ ਜਿਹੜਾ ਦਿੱਲੀ ਦੇ ਵਿੱਚ ਪਹੁੰਚ ਵੀ ਰਿਹਾ ਤੇ ਪਹੁੰਚੇਗਾ ਵੀ। ਇਸ ਕਰਕੇ ਮੈਂ ਵੀ ਬੇਨਤੀ ਕਰਦਾ ਕਿ ਹੁਣ ਕੋਈ ਪਾਰਟੀ, ਕੋਈ ਧੜਾ ਕੋਈ ਨਹੀਂ ਹੈ, ਸਿਰਫ ਇੱਕੋ ਹੀ ਗੱਲ ਹੈ, ਸਾਡੇ ਵਕਾਰ ਦੀ ਗੱਲ ਹੈ, ਸਾਡੇ ਇੱਜ਼ਤ ਦੀ ਗੱਲ ਹੈ। ਕਿਉਂਕਿ ਜਿਹੜੇ ਯੋਧੇ ਬੈਠੇ ਆ ਉੱਥੇ, ਇਹਨਾਂ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਵੀ ਆ ਜਿਹੜੇ ਆਂਢ ਗੁਆਂਢ ਦੇ ਜਿਹੜੇ ਪਿੰਡ ਹੈ ਉਹਨਾਂ ਦੇ ਵਿੱਚ ਵੀ ਜਾ ਕੇ ਇਹਨਾਂ ਨੇ ਕਿਹਾ ਵੀ ਤੁਸੀਂ ਜਾ ਕੇ ਹੰਗਾਮੇ ਕਰੋ, ਪਰ ਉਹ ਲੋਕ ਸਿਆਣੇ ਸੀ, ਉਹਨਾਂ ਨੇ ਸਤਿਕਾਰ ਕੀਤਾ, ਲੋਕਾਂ ਦਾ, ਕਿਸਾਨਾਂ ਦਾ ਸਤਿਕਾਰ ਕੀਤਾ। ਫਿਰ ਇਹਨੇ ਹੋਰ ਦੂਰੋਂ ਬੰਦੇ ਹਾਇਰ ਕਰਕੇ ਲੈ ਜਾਂਦੇ, ਬੰਦੇ ਪਛਾਣੇ ਵੀ ਗਏ ਤੇ ਸਾਡੇ ਪੰਜਾਬ ਦੇ ਜਾਂ ਹਰਿਆਣੇ ਦੇ ਕਿਸਾਨਾਂ ਨੇ ਉਹਨਾਂ ਲੋਕਾਂ ਨੂੰ ਪੁੱਛਿਆ ਵੀ ਹੈ ਵੀ ਜੇ ਤੁਸੀਂ ਕਹਿੰਦੇ ਆ ਵੀ ਇਸ ਬਾਰਡਰ ਦੇ ਨਜ਼ਦੀਕ ਤੁਹਾਡਾ ਪਿੰਡ ਹੈ ਜਾਂ ਸ਼ਹਿਰ ਹੈ ਜਾਂ ਤੁਹਾਡਾ ਮੁਹੱਲਾ ਹੈ, ਤੇ ਆਪਣੇ ਵੋਟਰ ਕਾਰਡ ਵਿਖਾ ਦਿਓ, ਕੋਈ ਆਧਾਰ ਕਾਰਡ ਵਿਖਾ ਦਿਓ। ਕੋਈ ਉਹ ਕੁਝ ਨਹੀਂ ਵਿਖਾ ਸਕੇ। ਇਸ ਤੋਂ ਸਾਬਤ ਹੁੰਦਾ ਸੀ ਕਿ ਉਹ ਇੱਕ ਪਲੈਨਿੰਗ ਦੇ ਨਾਲ ਆਏ ਸੀਗੇ। ਸਿਰਫ ਇੱਕ ਕਾਰਨ ਸੀਗਾ ਕਿ ਇਹ ਜਿਹੜੇ ਉੱਥੇ ਅਸੀਂ ਗੁੰਡਾਗਰਦੀ ਕਰੀਏ, ਉਹ ਅੱਗੋਂ ਜਾ ਕੇ ਇਸ ਤਰ੍ਹਾਂ ਦੀ ਕੋਸ਼ਿਸ਼ ਹੋਵੇ ਕਿ ਇਹ ਜਿਹੜਾ ਕਿਸਾਨ ਅੰਦੋਲਨ ਹੈ ਉਹਨੂੰ ਬਦਨਾਮ ਕੀਤਾ ਜਾਵੇ। ਔਲਖ ਸਾਹਿਬ, ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀਆਂ ਕਈ ਸਾਜ਼ਿਸ਼ਾਂ ਹੋਈਆਂ ਨੇ, ਕਈ ਚੀਜ਼ਾਂ ਆਪਾਂ ਦੇਖਦੇ ਆ ਰਹੇ ਹਾਂ ਕਿ ਕੁਝ ਦਿਨਾਂ 'ਚ ਕਈ ਸਾਜ਼ਿਸ਼ਾਂ ਸਾਹਮਣੇ ਆਈਆਂ ਨੇ। ਸਰਕਾਰ ਅੜੀ ਦੀ ਗੱਲ ਬਣਾ ਚੁੱਕੀ ਹੈ, ਨੱਕ ਦੀ ਗੱਲ ਬਣਾ ਚੁੱਕੀ ਹੈ ਕਿ ਇਹ ਅੜੀ ਪਗਾਉਣ ਵਾਲੀ ਗੱਲ ਹੋ ਜਾਂਦੀ ਹੁੰਦੀ ਹੈ। ਤੁਹਾਨੂੰ ਮੇਰਾ ਇਹ ਸਵਾਲ ਹੈ
ਕਿ ਸ਼੍ਰੋਮਣੀ ਅਕਾਲੀ ਦਲ ਕੁਝ ਸਮਾਂ ਪਹਿਲਾਂ ਤੱਕ ਭਾਜਪਾ ਦਾ ਸਮਰਥਕ ਸੀ, ਹੁਣ ਸ਼੍ਰੋਮਣੀ ਅਕਾਲੀ ਦਲ ਅਲੱਗ ਹੈ। ਕੋਈ ਸਿਆਸੀ ਲਾਹਾ ਤਾਂ ਨਹੀਂ ਇਹਦੇ ਵਿੱਚ ਲੱਭ ਰਹੇ ਇਸ ਕਿਸਾਨੀ ਅੰਦੋਲਨ ਦੇ ਵਿੱਚੋਂ? ਕੋਈ ਸਿਆਸੀ ਲਾਹਾ ਲੱਭ ਰਿਹਾ ਹੋਵੇ, ਸ਼੍ਰੋਮਣੀ ਅਕਾਲੀ ਦਲ ਇੱਕ ਆਪਣੀ ਸਿਆਸੀ ਜ਼ਮੀਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ? ਦੇਖੋ, ਮੈਂ ਨਹੀਂ ਚਾਹੁੰਦਾ ਸੀ ਵੀ ਜ਼ਿਆਦਾ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ, ਪਰ ਤੁਸੀਂ ਗੱਲ ਕੀਤੀ ਹੈ ਤੇ ਮੈਂ ਦੱਸਣਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ। ਹਮੇਸ਼ਾ ਹੀ ਇਹਨੇ ਦੇਸ਼ ਦੇ ਕਿਸਾਨਾਂ ਵਾਸਤੇ ਤੇ ਪੰਜਾਬ ਦੇ ਕਿਸਾਨਾਂ ਵਾਸਤੇ ਕੰਮ ਕੀਤਾ। ਜਦੋਂ ਸਰਕਾਰ ਦੇ ਵਿੱਚ ਵੀ ਸੀ ਆਵਾਜ਼ ਉਠਾਈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਸ਼੍ਰੋਮਣੀ ਅਕਾਲੀ ਦਲ ਨੇ। ਤੇ ਜਦੋਂ ਸਾਡੀ ਸੁਣੀ ਨਹੀਂ ਗਈ ਉਸ ਸਮੇਂ ਸਾਡੇ ਭੈਣ ਹਰਸਿਮਰਤ ਕੌਰ ਜੀ ਬਾਦਲ, ਉਹਨਾਂ ਨੇ ਵੀ ਵਜ਼ੀਰੀ ਤੋਂ ਰਿਜ਼ਾਈਨ ਕਰ ਦਿੱਤਾ ਤੇ ਪਾਰਲੀਮੈਂਟ ਦੇ ਵਿੱਚ ਆਵਾਜ਼ ਵੀ ਉਠਾਈ ਤੇ ਨਾਲ ਜਿਹੜਾ ਸਾਡਾ ਗੱਠਜੋੜ ਸੀਗਾ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਨਾਲ, ਉਹ ਵੀ ਤੋੜ ਦਿੱਤਾ। ਹਰ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਕੋਸ਼ਿਸ਼ ਕੀਤੀ ਹੈ ਉਹਨਾਂ ਤੋਂ ਅਲੱਗ ਹੋਣ ਦੀ। ਪਹਿਲਾਂ ਉਹਨਾਂ ਨੂੰ ਸਮਝਾਇਆ ਵੀ ਬਹੁਤ ਹੈ ਵੀ ਤੁਸੀਂ ਕਿਸਾਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ, ਇਹ ਜਿਹੜੇ 3 ਬਿੱਲ ਹੈ ਇਹਨਾਂ ਨੂੰ ਵਾਪਸ ਲਓ। ਫਿਰ ਬਾਦਲ ਸਾਹਿਬ ਨੂੰ ਜੋ ਅਵਾਰਡ ਮਿਲਿਆ ਸੀਗਾ ਉਹ ਵੀ ਵਾਪਸ ਕਰ ਦਿੱਤਾ। ਰੋਸ ਵਜੋਂ ਜੋ ਵੀ ਕੁਝ ਕਰ ਸਕਦੇ ਸੀ ਅਸੀਂ ਕੀਤਾ। ਇੱਕ ਸਮਾਂ ਸੀ ਜਿਹੜਾ ਦੇਸ਼ ਦਾ ਮੀਡੀਆ, ਜਿਹਨੂੰ ਗੋਦੀ ਮੀਡੀਆ ਕਹਿ ਦਿੰਦੇ ਆਪਾਂ, ਜਿਨ੍ਹਾਂ ਦੀ ਹਮੇਸ਼ਾ ਹੀ ਕੋਸ਼ਿਸ਼ ਹੈ ਕਿ ਪੰਜਾਬੀਆਂ ਨੂੰ ਬਦਨਾਮ ਕੀਤਾ ਜਾਵੇ, ਬਿਲਕੁਲ ਆਵਾਜ਼ ਨਹੀਂ ਉਠਾ ਰਿਹਾ ਸੀਗਾ। ਸਾਡੇ ਪੰਜਾਬ ਦੇ ਕਿਸਾਨ ਪਰੜੀਆਂ ਤੇ ਬੈਠੇ ਸੀ, ਇੱਥੇ ਰੇਲ ਦੀਆਂ ਪਰੜੀਆਂ ਤੇ। ਉਸ ਤੋਂ ਬਾਅਦ ਜਦੋਂ ਸਾਡੇ ਕੈਬਨਿਟ ਮੰਤਰੀ ਨੇ, ਕਿਉਂਕਿ ਜਿਹੜਾ ਕੈਬਨਿਟ ਮੰਤਰੀ ਦਾ ਰੈਂਕ ਹੁੰਦਾ ਹੈ ਮੁੱਖ ਮੰਤਰੀ ਤੋਂ ਵੀ ਉੱਪਰ ਹੁੰਦਾ ਹੈ, ਉਹਨਾਂ ਨੇ ਰਿਜ਼ਾਈਨ ਕੀਤਾ ਇਹ ਕਾਲੇ ਕਾਨੂੰਨਾਂ ਦੇ ਖਿਲਾਫ। ਤੇ ਉਹ ਜਿਹੜਾ ਮੀਡੀਆ ਸੀ ਉਹਨੂੰ ਮਜਬੂਰਨ ਆਵਾਜ਼ ਉਠਾਉਣੀ ਪਈ। ਉਹਦੇ ਵਿੱਚ ਸਾਨੂੰ ਉਹਨੂੰ ਹਾਈਲਾਈਟ ਕਰਨਾ ਪਿਆ ਇਹ ਗੱਲ, ਕਿਸਾਨ ਅੰਦੋਲਨ ਨੂੰ। ਇਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਬੜੀ ਕੋਸ਼ਿਸ਼ ਕੀਤੀ ਹੈ। ਅੱਜ ਵੀ ਕੋਈ ਪਾਰਟੀ ਦੀ ਗੱਲ ਨਹੀਂ ਕਰ ਰਹੇ ਅਸੀਂ ਤਾਂ ਇੱਕ ਨਿਰਪੱਖ ਹੋ ਕੇ ਉੱਥੇ ਪਹੁੰਚਣਾ। ਜਿਹੜੇ ਪਹੁੰਚੇ ਵੀ ਆ, ਪਹਿਲਾਂ ਜਾ ਕੇ ਵੀ ਆਏ ਆ, ਹੁਣ ਫਿਰ ਜਾਣਾ ਉੱਥੇ ਸਾਡੇ ਜਿਹੜੇ ਸਾਡੇ ਵਰਕਰ ਬੈਠੇ ਆ। ਪਰ ਉੱਥੇ ਕੋਈ ਅੱਜ ਅਕਾਲੀ ਦਲ ਦੀ, ਕਾਂਗਰਸ ਦੀ, ਆਮ ਪਾਰਟੀ ਦੀ ਸਵਾਲ ਨਹੀਂ ਆ। ਅੱਜ ਤਾਂ ਅਸੀਂ ਕਿਸਾਨੀ ਝੰਡੇ ਇਕੱਠੇ ਹੋ ਕੇ ਜਾਣਾ। ਕਿਸ ਤਰ੍ਹਾਂ ਲੱਗਦਾ ਹੈ ਸਰਕਾਰ ਦਾ ਐਡਾ ਕਠੋਰ ਰਵੱਈਆ? 2 ਮਹੀਨੇ ਤੋਂ ਜ਼ਿਆਦਾ ਸਮਾਂ ਠੰਡ 'ਚ ਬੈਠੇ ਰਹੇ ਨੇ, ਐਸੀਆਂ ਗੱਲਾਂ ਹੋਈਆਂ ਨੇ, ਕੁੱਟਮਾਰ ਹੋਈ ਹੈ, ਕਾਫੀ ਨੁਕਸਾਨ ਕਿਸਾਨਾਂ ਦਾ ਵੀ ਹੋਇਆ, ਬਾਰ-ਬਾਰ ਲਾਠੀ ਚਾਰਜ ਹੋਇਆ, ਜਿਹਦੇ ਵਿੱਚ ਕਿਸਾਨੀ ਦਾ ਕਾਫੀ ਨੁਕਸਾਨ ਕਿਸਾਨਾਂ ਨੂੰ ਝੱਲਣਾ ਪਿਆ ਹੈ। ਪਰ ਅਜੇ ਤੱਕ ਲਗਭਗ ਕਿਸਾਨਾਂ ਵੱਲੋਂ ਸ਼ਾਂਤੀ ਹੀ ਬਣਾਈ ਹੋਈ ਹੈ। ਸਰਕਾਰ ਦਾ ਇਹ ਕਠੋਰ ਰਵੱਈਆ ਕੈਸੇ ਹਾਲਾਤ ਪੈਦਾ ਕਰਨ ਵੱਲ ਨੂੰ ਜਾ ਰਿਹਾ ਹੈ? ਤੁਹਾਡੀ ਨਜ਼ਰੀਏ ਦੇ ਵਿੱਚ ਇਸ ਨੂੰ ਕੀ ਸਮਝਦੇ ਹੋ? ਕਿਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਜਾਣਗੇ ਜੇਕਰ ਸਰਕਾਰ ਆਪਣਾ ਇਹ ਕਠੋਰ ਰਵੱਈਆ ਨਹੀਂ ਛੱਡਦੀ? ਦੇਖੋ ਜੀ, ਜਿਹੜੀ ਸਰਕਾਰ ਦੀ ਨੀਅਤ ਹੈ ਨਾ, ਸਾਫ਼ ਨਹੀਂ ਗਈ। 10 ਦੇ ਕਰੀਬ ਇਹਨਾਂ ਨੇ ਪਹਿਲਾਂ ਤਾਂ ਕੋਸ਼ਿਸ਼ ਕੀਤੀ ਵੀ ਕਿਸਾਨਾਂ ਨੂੰ ਭੜਕਾਇਆ ਜਾਵੇ। 10-11 ਵਾਰੀ ਮੀਟਿੰਗਾਂ ਹੋਈਆਂ, ਜਿਹਨੇ ਸਰਕਾਰ ਦੇ ਨੁਮਾਇੰਦੇ ਸੀਗੇ, 3 ਮੰਤਰੀ ਸੀਗੇ ਸੈਂਟਰ ਦੇ, ਉਹ ਬੈਠੇ। ਸਾਡੇ ਜਿਹੜੇ ਦੇਸ਼ ਦੇ ਜਥੇਬੰਦੀਆਂ ਸੀਗੀਆਂ 31 ਦੇ ਕਰੀਬ, ਉਹਨਾਂ ਦੇ ਆਗੂ ਬੈਠੇ। 26 ਜਨਵਰੀ ਤੋਂ ਪਹਿਲਾਂ ਇੱਕ ਨਾ, ਜਦੋਂ ਇਹਨਾਂ ਮੰਤਰੀਆਂ ਨਾਲ ਮੀਟਿੰਗ ਹੋ ਰਹੀ ਸੀ ਤੇ ਇਹਨਾਂ ਨੇ ਇੱਕ ਗੱਲ ਕਹੀ, ਇਹਨਾਂ ਦੇ ਜਿਹੜੇ ਮੰਤਰੀ ਸੀਗੇ ਉਹਨਾਂ ਨੇ ਗੱਲ ਕਹੀ ਕਿ ਤੁਸੀਂ ਵੀ 26 ਦੀ ਤਿਆਰੀ ਕਰੋ ਤੇ ਅਸੀਂ ਵੀ ਕਰਦੇ ਹਾਂ। ਉਹਦੇ ਵਿੱਚ ਬੜਾ ਵੱਡਾ ਇੱਕ ਪੁਆਇੰਟ ਸੀਗਾ ਵੀ ਤੁਸੀਂ ਵੀ ਤਿਆਰੀ ਕਰੋ। ਖੇਤੀਬਾੜੀ ਮੰਤਰੀ ਦਾ ਬਿਆਨ ਹੈ, ਤੁਸੀਂ ਵੀ 26 ਦੀ ਤਿਆਰੀ ਕਰੋ ਤੇ ਅਸੀਂ ਵੀ ਕਰਦੇ ਹਾਂ। ਉਸ ਸਮੇਂ ਇਹਨਾਂ ਨੇ ਧਾਰ ਲਿਆ ਸੀ ਕਿ ਅਸੀਂ ਅੰਦੋਲਨ ਨੂੰ ਬਦਨਾਮ ਕਰਨ ਦੇ ਲਈ ਕੋਈ ਐਸੀ ਪਲੈਨਿੰਗ ਬਣਾਈਏ। ਤੇ ਕਿੱਡੇ ਦੁੱਖ ਦੀ ਗੱਲ ਹੈ ਕਿ ਬੜੇ ਵੱਡੇ ਵੱਡੇ ਜਿਹੜੇ ਦਾਅਵੇ ਕਰ ਰਹੇ ਆ ਇਹ ਗ੍ਰਹਿ ਮੰਤਰੀ ਜਾਂ ਪ੍ਰਧਾਨ ਮੰਤਰੀ, ਦਿੱਲੀ ਦੇ ਵਿੱਚ 2 ਵਾਰੀ ਇਹਨਾਂ ਦੀ ਸਰਕਾਰ ਦੇ ਵਿੱਚ 1 ਸਾਲ ਦੇ ਵਿੱਚ 2 ਵਾਰੀ ਦੰਗੇ ਹੋ ਚੁੱਕੇ ਆ, ਸ਼ਰੇਆਮ ਕਤਲੇਆਮ ਹੋਇਆ ਹੈ। ਉਸ ਸਮੇਂ ਵੀ ਉਹਨਾਂ ਨੇ ਸਾਡੇ ਜਿਹੜੇ ਮੁਸਲਮਾਨ ਵੀਰ ਆ ਉਹਨਾਂ ਨੂੰ ਦਬਾ ਕੇ ਰੱਖਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਸ਼ੁਰੂ ਤੋਂ ਲੈ ਕੇ ਇਹਨਾਂ ਨੇ, ਚਾਹੇ 370 ਧਾਰਾ ਦੀ ਗੱਲ ਸੀਗੀ, ਉਦੋਂ ਵੀ ਇਹਨਾਂ ਨੇ ਹੰਕਾਰੀ ਰਵੱਈਏ ਦੇ ਨਾਲ ਉੱਥੋਂ ਦੇ ਜਿਹੜੇ ਜੰਮੂ ਕਸ਼ਮੀਰ ਦੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਅੰਦਰ ਤਾੜ ਕੇ ਉਹ ਕਾਨੂੰਨ ਨੂੰ ਲਾਗੂ ਕਰਵਾਇਆ। ਉਦੋਂ ਬਾਅਦ GST ਦੀ ਗੱਲ ਆ, ਨੋਟਬੰਦੀ ਦੀ ਗੱਲ ਹੈ, ਤੇ ਜਿਹੜੇ ਬੜੇ ਮੋਦੀ ਸਾਹਿਬ ਕਹਿੰਦੇ ਸੀ ਕਿ ਸਾਡੇ 56 ਇੰਚ ਸਾਡੀ ਛਾਤੀ ਆ, ਅਸੀਂ ਉਹ ਕਰ ਦਿਆਂਗੇ, ਆਹ ਕਰ ਦਿਆਂਗੇ। ਤੇ ਬਾਰਡਰਾਂ 'ਤੇ ਵੇਖੋ ਕੀ ਹਾਲ ਹੈ। ਇਹ ਹੁਣ ਗੱਲ ਬੜੀ ਇਹਨਾਂ ਨੇ, ਬੜੇ ਜਿਹੜੇ ਮੀਡੀਆ ਨੇ ਵੀ, ਇਹਨਾਂ ਦੇ ਮੀਡੀਆ ਨੇ ਚੱਕੀ ਹੈ। ਸਰਕਾਰ ਦੇ ਜਿਹੜੇ ਨੁਮਾਇੰਦੇ ਆ ਉਹ ਵੀ ਬੜੇ ਕਰ ਰਹੇ ਆ। ਨਿਸ਼ਾਨ ਸਾਹਿਬ ਚੜ੍ਹਾਤਾ ਜੀ ਲਾਲ ਕਿਲ੍ਹੇ 'ਤੇ। ਇਹ ਹਾਲਾਤ ਕਿਉਂ ਬਣੇ ਆ? ਇਹ ਨਿਸ਼ਾਨ ਸਾਹਿਬ ਦੀ ਗੱਲ ਕਰ ਲਓ, ਜਦੋਂ ਬਾਰਡਰ 'ਤੇ
ਕੋਈ ਮੋਰਚਾ ਲੱਗਦਾ, ਕੋਈ ਲੜਾਈ ਹੁੰਦੀ ਹੈ। ਥੋੜ੍ਹੇ ਦਿਨਾਂ ਦੀ ਗੱਲ ਹੈ, ਥੋੜ੍ਹੇ ਸਮੇਂ ਦੇ ਪਹਿਲਾਂ ਹੀ ਸਾਡੇ ਦੇ ਜਿਹੜੇ ਕੈਬਨਿਟ ਮੰਤਰੀ ਆ ਦੇਸ਼ ਦੇ, ਰਾਜਨਾਥ ਸਿੰਘ ਜੀ ਹੋਰਾਂ, ਉੱਥੇ ਬੈਠੇ ਸੀਗੇ ਚੀਨ ਦੇ ਬਾਰਡਰ ਤੇ ਇਹਨਾਂ ਨੇ ਜਕਾਰਾ ਲਾਇਆ, ਹੱਥ ਵਿੱਚ ਨਿਸ਼ਾਨ ਸਾਹਿਬ ਫੜ ਕੇ, ਬੋਲੇ ਸੋ ਨਿਹਾਲ ਦਾ ਜਕਾਰਾ ਛੱਡਿਆ। ਤੇ ਜਿਹੜੇ ਸਾਡੇ ਉੱਥੇ ਪੰਜਾਬੀ ਖਾਸ ਤੌਰ ਤੇ ਸਿੱਖ ਬੈਠੇ ਸੀ, ਉਹਨਾਂ ਨੂੰ ਜਜ਼ਬਾਤੀ ਕੀਤਾ ਕਿ ਉਸ ਸਮੇਂ ਨਿਸ਼ਾਨ ਸਾਹਿਬ ਦੀ ਕੋਈ ਗੱਲ ਨਹੀਂ ਸੀਗੀ। ਨਿਸ਼ਾਨ ਸਾਹਿਬ ਸਾਡਾ ਰੂਹ ਦੀ, ਜਿਵੇਂ ਕਹਿ ਦਿੰਦੇ ਆ, ਰੂਹ ਆ ਸਾਡੀ, ਸਾਡੇ ਜਾਨ ਤੋਂ ਵੀ ਪਿਆਰਾ ਨਿਸ਼ਾਨ ਸਾਹਿਬ। ਤੇ ਇਹਨਾਂ ਲੋਕਾਂ ਦੀ ਸ਼ਹਿ ਦੇ ਨਾਲ ਕਈ ਥਾਵਾਂ ਤੇ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਤੇ ਮੈਂ ਚੇਤਾਵਨੀ ਦਿੰਦਾ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ, ਇਹ ਤਰ੍ਹਾਂ ਦੇ ਜਿਹੜੇ ਹੱਥਕੰਡੇ ਤੇ ਜਿਹੜੇ ਤਜਰਬੇ ਕਰ ਰਿਹਾ, ਇਹ ਕਰਨ ਤੋਂ ਗੁਰੇਜ਼ ਆ ਜਾਓ, ਨਹੀਂ ਤਾਂ ਇਹਦਾ ਰਿਜ਼ਲਟ ਬਹੁਤ ਮਾੜਾ ਨਿਕਲੂਗਾ। ਜਿਹੜੇ ਇਹ ਖਾਸ ਤੌਰ ਤੇ ਪੰਜਾਬੀਆਂ ਤੇ ਖਾਸ ਤੌਰ ਤੇ ਸਿੱਖਾਂ ਦੇ ਮੂੰਹ ਦੇ ਵਿੱਚ ਉਹਨਾਂ ਦੇ ਉੱਪਰ ਖਾਲਿਸਤਾਨ ਦੀ ਗੱਲ ਠੋਸਣ ਦੀ ਗੱਲ ਕਰ ਰਹੇ ਆ ਨਾ, ਇਹਨਾਂ ਲੋਕਾਂ ਨੂੰ ਸਮਝਣਾ ਚਾਹੀਦਾ, ਇਹਦਾ ਨਤੀਜੇ ਬੜੇ ਗੰਭੀਰ ਨਿਕਲਣਗੇ। ਇਸ ਦੇਸ਼ ਵਾਸਤੇ ਸਿੱਖਾਂ ਨੇ ਬਹੁਤ ਕੁਰਬਾਨੀਆਂ ਕੀਤੀਆਂ। ਕੁਝ ਲੋਕ ਮੀਡੀਆ ਦੇ ਅਦਾਰਿਆਂ ਵੱਲੋਂ ਲਗਾਤਾਰ ਖਾਲਿਸਤਾਨ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ, ਕਿਉਂਕਿ ਜਿਸ ਦਿਨ ਕਿਸਾਨ ਇੱਥੋਂ ਤੁਰੇ ਸੀ ਉਸ ਦਿਨ ਵੀ ਉਹਨਾਂ ਕਿਹਾ ਕਿ ਇਹ ਕਿਸਾਨੀ ਸੰਘਰਸ਼ ਨਹੀਂ ਹੈ, ਇਹਦੇ 'ਚ ਖਾਲਿਸਤਾਨੀ ਐਲੀਮੈਂਟ ਜਿਹੜੇ ਆ ਚੁੱਕੇ ਨੇ। ਸਰਕਾਰ ਸੁਪਰੀਮ ਕੋਰਟ 'ਚ ਕਹਿੰਦੀ ਹੈ ਕਿ ਇਹ 'ਚ ਖਾਲਿਸਤਾਨੀ ਐਲੀਮੈਂਟ ਆ ਚੁੱਕੇ ਨੇ। ਜੇਕਰ ਔਰ NIA ਦੇ ਨੋਟਿਸ ਵੱਡੇ ਪੱਧਰ ਤੇ ਜਾਰੀ ਕੀਤੇ ਗਏ, ਕਿਸਾਨ ਆਗੂਆਂ ਨੂੰ ਵੀ NIA ਦੇ ਨੋਟਿਸ ਜਾਰੀ ਕੀਤੇ ਗਏ, ਬਲਦੇਵ ਸਿੰਘ ਸਿਰਸਾ ਹੋਰ ਕਿਸਾਨ ਆਗੂਆਂ ਨੂੰ NIA ਦੇ ਨੋਟਿਸ ਜਾਰੀ ਕੀਤੇ ਗਏ। ਜੇਕਰ ਇਸ ਮੂਵਮੈਂਟ ਦੇ ਵਿੱਚ ਖਾਲਿਸਤਾਨੀ ਤੱਤ ਆ ਗਏ ਸੀ, ਖਾਲਿਸਤਾਨੀ ਤੱਤ ਆਏ ਸੀ, ਤੇ ਕੀ ਗੱਲ ਉਹਨਾਂ ਖਾਲਿਸਤਾਨੀ ਤੱਤਾਂ ਦਾ ਸਰਕਾਰ ਨੂੰ ਪਹਿਲਾਂ ਪਤਾ ਨਹੀਂ ਲੱਗ ਸਕਿਆ? ਸਰਕਾਰ ਉਹਨਾਂ ਨੂੰ ਆਇਡੈਂਟੀਫਾਈ ਨਹੀਂ ਕਰ ਸਕੀ ਅਜੇ ਤੱਕ। ਕੀ ਸਮਝਦੇ ਹੋ ਸਰਕਾਰ ਦੀ ਮਨਸ਼ਾ ਕੀ ਹੈ, ਕਿਉਂ ਨਹੀਂ ਆਇਡੈਂਟੀਫਾਈ ਹੋਈ ਅਜੇ ਤੱਕ? ਸਰਕਾਰ ਦਾ ਕੁਝ ਦਿਨ ਪਹਿਲਾਂ ਇਸੇ ਹੀ ਮੀਡੀਆ ਹਾਊਸ ਦੇ ਵਿੱਚੋਂ ਇੱਕ ਅਰਨਬ ਗੋਸਵਾਮੀ ਨਾਂ ਦਾ ਪੱਤਰਕਾਰ ਹੈ, ਆਰ ਭਾਰਤ ਦਾ, ਉਸ ਦੀ ਇੱਕ ਚੈਟ ਵਾਇਰਲ ਹੁੰਦੀ ਹੈ ਜਿਹਦੇ ਵਿੱਚ ਪੁਲਵਾਮਾ ਹਮਲੇ ਦੇ ਬਾਰੇ ਬੜੀ ਗੰਭੀਰ ਗੱਲਬਾਤ ਹੋਈ ਹੈ। ਪੁਲਵਾਮਾ ਦੇ ਵਿੱਚ ਸਾਡੇ 40 ਜਵਾਨ ਜਿਹੜੇ ਨੇ ਉਹ ਸ਼ਹੀਦ ਹੋਏ ਸੀ, ਪਰ ਸਰਕਾਰ ਵੱਲੋਂ ਉਸ ਮਾਮਲੇ 'ਚ ਕੋਈ ਕਾਰਵਾਈ ਕੀਤੀ ਗਈ ਅਜੇ ਤੱਕ ਦਿਖਾਈ ਨਹੀਂ ਦਿੱਤੀ। ਪਰ ਕਹਿ ਸਕਦੇ ਹਾਂ ਕਿ ਇੱਕ ਸਿੱਖਾਂ ਨੂੰ ਜਾਂ ਸਿੱਖ ਕਮਿਊਨਿਟੀ ਨੂੰ ਟਾਰਗੇਟ ਕਰਨ ਦੇ ਲਈ ਖਾਲਿਸਤਾਨ ਦਾ ਜਿਹੜਾ ਹੈ ਉਹ ਆਵਾਜ਼ ਨੂੰ ਉਠਾਇਆ ਜਾਂਦਾ, ਬਾਰ-ਬਾਰ ਖਾਲਿਸਤਾਨ ਦੇ ਨਾਅਰੇ ਨੂੰ ਦਿੱਤਾ ਜਾਂਦਾ, ਕਿਉਂਕਿ ਆਮ ਤੌਰ ਤੇ ਜਿਹੜੇ ਵਿਚਰਦੇ ਹਾਂ ਅਸੀਂ ਉਹਨਾਂ ਦੇ ਵਿੱਚ ਤੇ ਆਮ ਸਿੱਖਾਂ ਦੇ ਵਿੱਚ ਤਾਂ ਸਾਨੂੰ ਕੋਈ ਖਾਲਿਸਤਾਨ ਦੀ ਮੰਗ ਅਜੇ ਤੱਕ ਦਿਖਾਈ ਨਹੀਂ ਦਿੱਤੀ। ਤੁਹਾਡੇ ਨਜ਼ਰੀਏ ਨਾਲ ਕਿਉਂ ਮਨਸ਼ਾ ਕੀ ਹੈ ਸਰਕਾਰ ਦੀ ਇੱਥੇ? ਦੇਖੋ, ਮੈਂ ਪਹਿਲਾਂ ਵੀ ਗੱਲ ਕਲੀਅਰ ਕੀਤੀ ਹੈ ਕਿ ਜਿਹੜੀ ਸਰਕਾਰ ਹੈ ਇਹ ਬੜੇ ਹੋਸ਼ੇ ਪੱਧਰ ਤੇ ਆ ਗਈ ਹੈ, ਹੇਠਲੇ ਪੱਧਰ ਤੇ ਆ ਗਈ ਹੈ। ਇੱਕੋ ਇੱਕ ਇਹਨਾਂ ਦਾ ਕਿ ਸਾਰੇ ਦੇਸ਼ ਦੇ ਵਿੱਚ ਸਿੱਖਾਂ ਨੂੰ ਬਦਨਾਮ ਕੀਤਾ ਜਾਵੇ। ਜਿਵੇਂ ਹੋਰ ਵੀ ਪੁਰਾਣੀ ਗੱਲ ਲਾ ਲਓ, ਇੰਦਰਾ ਗਾਂਧੀ ਦੇ ਮੌਕੇ ਤੇ ਉਸ ਸਮੇਂ ਤੇ ਵੀ ਬੜੀ ਕੋਸ਼ਿਸ਼ ਕੀਤੀ ਗਈ ਸੀ। ਹੋਰ ਵੀ ਕਈ ਸਮੇਂ ਦੀਆਂ ਸਰਕਾਰਾਂ ਆਈਆਂ, ਉਹਨਾਂ ਨੇ ਵੀ ਇਹ ਗੱਲ ਦੀ ਕੋਸ਼ਿਸ਼ ਕੀਤੀ ਸੀ ਕਿ ਸਿੱਖਾਂ ਨੂੰ ਬਦਨਾਮ ਕਰਕੇ ਅਸੀਂ ਵੋਟਾਂ ਲਈਏ। ਜਦੋਂ 84 ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਸੀਗਾ ਬੜੇ ਵੱਡੇ ਪੱਧਰ ਤੇ, ਉਸ ਸਮੇਂ ਵੀ ਰਾਜੀਵ ਗਾਂਧੀ ਨੇ ਬੜਾ ਇਹ ਨਾਅਰਾ ਦਿੱਤਾ ਕਿ ਸਿੱਖਾਂ ਨੇ ਆਹ ਕੁਛ ਕੀਤਾ, ਉਹ ਕੀਤਾ। ਉਦੋਂ ਵੀ ਇਹਨਾਂ ਨੇ ਕੋਸ਼ਿਸ਼ ਕੀਤੀ। ਇਹਨਾਂ ਦੀ ਹੁਣ ਇਹੀ ਕੋਸ਼ਿਸ਼ ਹੈ ਕਿ ਘੱਟ ਗਿਣਤੀ ਜਿਹੜੇ ਆ ਇਹਨਾਂ ਨੂੰ ਦਬਾ ਕੇ ਰੱਖੀਏ, ਤੇ ਜਿਹੜੇ ਵੱਧ ਲੋਕ ਰਹਿੰਦੇ ਆ, ਖਾਸ ਤੌਰ ਤੇ ਆਪਾਂ ਚੰਗੀ ਤਰ੍ਹਾਂ ਸਮਝਦੇ ਕਿਹੜੇ ਲੋਕ ਹੈ, ਉਹਨਾਂ ਲੋਕਾਂ ਨੂੰ ਨਾਲ ਜੋੜਨ ਵਾਸਤੇ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਸਿੱਖਾਂ ਦੇ ਵੀ ਖਿਲਾਫ ਪ੍ਰਚਾਰ ਕੀਤਾ ਜਾਵੇ ਤੇ ਮੁਸਲਮਾਨਾਂ ਦੇ ਖਿਲਾਫ ਵੀ ਪ੍ਰਚਾਰ ਕੀਤਾ ਜਾਵੇ। ਪਰ ਬੜੀ ਵੱਡੀ ਚਪੇੜ ਹੈ ਅੱਜ ਬਾਰਡਰ ਦੇ ਉੱਪਰ, ਜਿੱਥੇ ਸਿੱਖ ਇਕੱਠੇ ਆ, ਉਹਦੇ ਨਾਲ ਹਿੰਦੂ ਵੀਰਾਂ ਦਾ ਬੜਾ ਵੱਡਾ ਸਹਿਯੋਗ ਆ ਉੱਥੇ ਨਾਲ ਮੁਸਲਮਾਨਾਂ ਦਾ ਬਹੁਤ ਸਹਿਯੋਗ ਹੈ, ਈਸਾਈ ਵੀਰਾਂ ਦਾ ਬਹੁਤ ਸਹਿਯੋਗ ਹੈ। ਹਰ ਤਰ੍ਹਾਂ ਦੇ ਲੋਕ ਉੱਥੇ ਪਹੁੰਚੇ ਹੋਏ ਆ। ਉਹਨਾਂ ਦੀ ਇੱਕੋ ਹੀ ਕੋਸ਼ਿਸ਼ ਹੈ ਕਿ ਕਿਸਾਨੀ ਜਿਹੜੇ ਬਿੱਲ ਰੱਦ ਕਰਵਾਏ ਜਾਣ। ਪਰ ਇਹਨਾਂ ਦੀ ਕੋਸ਼ਿਸ਼ ਹੈ, ਕਿਉਂਕਿ ਹਰ ਮੀਟਿੰਗ ਦੇ ਵਿੱਚ ਇਹ ਗੱਲ ਇਹਨਾਂ ਦੇ ਮੂੰਹੋਂ ਵੀ ਇੱਕ ਦੋ ਵਾਰੀ ਜਿਹੜੇ ਖੇਤੀਬਾੜੀ ਮੰਤਰੀ ਸਾਹਿਬ ਹੈ, ਇਹਨਾਂ ਦੇ ਮੂੰਹੋਂ ਵੀ ਨਿਕਲ ਗਈ ਗੱਲ ਵੀ ਅੱਜ ਜੇ ਤੁਹਾਡੇ ਕਹਿਣ 'ਤੇ ਅਸੀਂ ਬਿੱਲ ਰੱਦ ਕਰ ਦਿੰਦੇ ਹਾਂ ਤੇ ਅੰਬਾਨੀ ਤੇ ਅੰਡਾਨੀ ਤੇ ਜਿਹੜੇ ਹੋਰ ਜਿਨ੍ਹਾਂ ਨੇ ਸਰਕਾਰ ਬਣਾਈ ਹੈ ਉਹ ਲੋਕ ਜਿਹੜੇ ਨਾਰਾਜ਼ ਹੋ ਜਾਣਗੇ। ਇੱਥੋਂ ਕੀ ਸਾਬਤ ਹੁੰਦਾ? ਇਸ ਕਰਕੇ ਹੁਣ ਇਹਨਾਂ ਦੀ ਕੋਸ਼ਿਸ਼ ਇਹ ਹੈ, ਪੰਗਾ ਲੈ ਬੈਠੇ ਆ ਗਲਤ। ਇਹਨਾਂ ਲੋਕਾਂ ਨੂੰ ਭੁਲੇਖਾ ਸੀਗਾ ਕਿ ਪਤਾ ਨਹੀਂ ਪੰਜਾਬ ਦੇ ਵਿੱਚੋਂ ਕਿਸੇ ਨੇ ਆਉਣਾ ਕਿ ਨਹੀਂ, ਹਰਿਆਣੇ 'ਚ ਪਤਾ ਆਉਣਾ ਕਿ ਨਹੀਂ, ਯੂਪੀ 'ਚ, ਮਤਲਬ ਸਾਰੀਆਂ ਸਟੇਟਾਂ ਦੇ ਵਿੱਚੋਂ ਲੋਕਾਂ ਨੇ ਉੱਠਣਾ ਨਹੀਂਗਾ। ਅੱਜ ਲੋਕ ਉੱਠੇ ਆ, ਜਾਗਰਤ ਹੋਏ ਆ। ਇਸ ਕਰਕੇ ਇਹਨਾਂ ਲੋਕਾਂ ਨੂੰ ਦਿਮਾਗ ਦੇ ਵਿੱਚ ਹੁਣ ਵੀ ਇਹ ਗੱਲ ਹੈ ਵੀ ਸ਼ਾਇਦ ਅਸੀਂ ਇਹ ਜਿਹੜਾ ਕਿਸਾਨ ਅੰਦੋਲਨ ਹੈ,
ਇਹਨੂੰ ਬਦਨਾਮ ਕਰਨਗੇ। ਕਿਸੇ ਤਰੀਕੇ ਦੇ ਨਾਲ ਉੱਥੇ ਲੋਕਾਂ ਨੂੰ ਜਾ ਕੇ ਤਰ੍ਹਾਂ ਤਰ੍ਹਾਂ ਦੇ ਗਮਰਾਹ ਤੋਂ ਪ੍ਰਚਾਰ ਕਰਵਾਇਆ ਜਾ ਰਿਹਾ। ਜਿਹੜੇ ਮੈਂ ਹੁਣ ਦੇਖਦਾ ਕੱਲ੍ਹ 29 ਤਰੀਕ ਨੂੰ ਜਿਹੜੇ ਲੋਕ ਇਕੱਠੇ ਹੋ ਕੇ ਆਏ ਸੀਗੇ ਵੀ ਬਾਰਡਰ ਅਸੀਂ ਖਾਲੀ ਕਰਵਾਉਣੇ ਆ, ਸਾਡਾ ਨੁਕਸਾਨ ਹੋ ਗਿਆ। ਇਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ 26 ਤਰੀਕ ਤੋਂ ਪਹਿਲਾਂ ਤਾਂ ਹਾਲਾਤ ਹੋਰ ਸੀਗੇ, ਤੇ ਉਹ ਲੋਕ ਤਾਂ ਅਜੇ ਵੀ ਸਾਡੇ ਕੋਲ ਆ ਕੇ ਬੈਠੇ ਆ, ਕਿਸਾਨਾਂ ਦੇ ਵਿੱਚ ਬੈਠੇ ਆ, ਹੁਣੇ ਵੀ ਸਤਿਕਾਰ ਕਰਦੇ ਆ। ਕਿਸੇ ਵੀ ਚੀਜ਼ ਦੀ ਲੋੜ ਹੁੰਦੀ ਹੈ ਕਿਸਾਨਾਂ ਨੂੰ, ਤੇ ਉਹ ਉਹਨਾਂ ਨੇ ਆਪਣੇ ਘਰਾਂ ਦੇ ਦਰਵਾਜ਼ੇ ਖੋਲ੍ਹੇ ਹੋਏ ਆ, ਆਓ ਸਾਡੇ ਘਰੇ ਇਸ਼ਨਾਨ ਪਾਣੀ ਕਰੋ, ਮੋਬਾਈਲ ਚਾਰਜ ਕਰੋ, ਕਿਸੇ ਚੀਜ਼ ਦੀ ਲੋੜ ਹੈ ਉਹ ਅੱਗੇ ਹੋ ਕੇ ਸਤਿਕਾਰ ਕਰਦੇ ਆ। ਤੇ ਜਿਹਦੇ ਸ਼ੰਭੂ ਬਾਰਡਰ 'ਤੇ ਜਦੋਂ ਬੈਰੀਅਰ ਵੀ ਤੋੜੇ ਸੀਗੇ, ਉਹ ਵੀ ਹਰਿਆਣੇ ਦੇ ਜਿਹੜੇ ਸਾਡੇ ਜਥੇਬੰਦੀਆਂ ਦੇ ਕਿਸਾਨ ਜਥੇਬੰਦੀਆਂ ਦੇ ਲੋਕ ਹੈ ਜਾਂ ਆਮ ਕਿਸਾਨ, ਉਹਨਾਂ ਦਾ ਬਹੁਤ ਵੱਡਾ ਰੋਲ ਸੀਗਾ। ਪਰ ਹੁਣ ਇਸ ਸਮੇਂ ਤੇ ਸਿਰਫ ਉਹਨਾਂ ਨੂੰ ਹੀ ਕੋਸ਼ਿਸ਼ ਇਹ ਹੈ ਕਿ ਪੰਜਾਬੀਆਂ ਨੂੰ ਤੇ ਖਾਸ ਤੌਰ 'ਤੇ ਸਿੱਖਾਂ ਨੂੰ, ਦੂਜੇ ਜਿਹੜੇ ਵਰਗ ਹੈ ਉਹਨਾਂ ਦੇ ਨਾਲ ਲੜਾ ਕੇ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰ ਦਿੱਤੇ ਜਾਣ ਵੀ ਇਹ ਜਿਹੜਾ ਕਿਸਾਨ ਅੰਦੋਲਨ ਫੇਰ ਹੋ ਜਾਵੇ। ਪਰ ਇਹ ਮੈਂ ਦੱਸ ਦੇਣਾ ਚਾਹੁੰਦਾ ਸਰਕਾਰ ਨੂੰ ਕਿ ਇਹ ਅੰਦੋਲਨ ਨਾ ਫੇਰ ਪਹਿਲਾਂ ਕਦੀ, ਜਿੱਥੇ ਕਿਸਾਨਾਂ ਨੇ, ਪੰਜਾਬੀਆਂ ਨੇ ਤੇ ਖਾਸ ਤੌਰ 'ਤੇ ਸਿੱਖਾਂ ਨੇ ਜਿੱਥੇ ਕੋਈ ਮੋਰਚਾ ਲਾਇਆ ਹੋਵੇ, ਇਤਿਹਾਸ ਗਵਾਹ ਹੈ ਉਹ ਕਦੀ ਮੋਰਚਾ ਅਸਫਲ ਨਹੀਂ ਹੋਇਆ, ਹਮੇਸ਼ਾ ਸਫਲ ਹੁੰਦਾ। ਇਸ ਕਰਕੇ ਇਹ ਜਿਹੜੀ ਸੈਂਟਰ ਸਰਕਾਰ ਆ ਉਹਨੂੰ ਗਮਰਾਹਕੁੰਨ ਪ੍ਰਚਾਰ ਤੋਂ ਗਰੇਜ਼ ਕਰਨਾ ਚਾਹੀਦਾ। ਇਹ ਸਨ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਥੇਬੰਦਕ ਸਕੱਤਰ ਕੁਲਦੀਪ ਸਿੰਘ ਔਲਖ ਜੀ। ਸੋ ਦੋਸਤੋ, ਕਿਸਾਨੀ ਅੰਦੋਲਨ ਇਸ ਸਮੇਂ ਇੱਕ ਨਵੀਂ ਬੁਲੰਦੀ, ਨਵੀਂ ਉਚਾਈ 'ਤੇ ਜਾ ਚੁੱਕਾ ਹੈ। ਕਹਿ ਸਕਦੇ ਹਾਂ ਕਿ ਲੋਕਤੰਤਰਿਕ ਲੜਾਈ ਬੜੀ ਵੱਡੀ ਲੈਵਲ 'ਤੇ ਚਲੀ ਗਈ ਹੈ। ਇੱਕ ਪਾਸੇ ਸਰਕਾਰ ਆਪਣੀ ਅੜੀ ਨਹੀਂ ਛੱਡਦੀ, ਦੂਜੇ ਪਾਸੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨਾਂ ਦੇ ਉੱਤੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਜਿਹੜਾ ਅੰਦੋਲਨ ਹੈ ਉਹ ਖਤਮ ਹੋ ਜੇ। ਕਾਲੇ ਕਾਨੂੰਨਾਂ ਦਾ ਮੁੱਦਾ ਸੀ ਜਿਸ ਨੂੰ ਕਿ ਅੱਜ ਤੱਕ ਰੱਦ ਨਹੀਂ ਕੀਤਾ ਗਿਆ। ਕਾਲੇ ਕਾਨੂੰਨਾਂ ਨੂੰ ਰੱਦ ਕਰਨ ਲਈ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਸੰਘਰਸ਼ ਕਰਦੇ ਨਜ਼ਰ ਆ ਰਹੇ ਨੇ। ਆਉਣ ਵਾਲੇ ਕੁਝ ਦਿਨਾਂ ਦਾ ਘਟਨਾਕ੍ਰਮ ਦੇਖਣਯੋਗ ਹੋਏਗਾ, ਦੇਖਣ ਦਾ ਧਿਆਨ ਰੱਖਣਾ ਪਏਗਾ, ਧਿਆਨ ਦੇਣਾ ਹੋਏਗਾ ਕਿ ਇਹ ਕਿਸਾਨੀ ਅੰਦੋਲਨ ਕਿਸ ਕਰਵਟ ਜਾਂਦਾ ਹੈ, ਕਿਉਂਕਿ ਇਹ ਕਿਸਾਨੀ ਅੰਦੋਲਨ, ਕਿਸਾਨਾਂ ਦਾ ਸੰਘਰਸ਼ ਇੱਕ ਜਨ ਅੰਦੋਲਨ ਬਣ ਗਿਆ ਹੈ ਤੇ ਭਾਰਤ ਦਾ ਆਉਣ ਵਾਲਾ ਭਵਿੱਖ ਇਹ ਕਿਸਾਨੀ ਅੰਦੋਲਨ ਤੈਅ ਕਰੇਗਾ। ਕਿਸਾਨੀ ਅੰਦੋਲਨ ਦਾ ਬੜਾ ਵੱਡਾ ਰੋਲ ਰਹੇਗਾ ਭਾਰਤ ਦੇ ਆਉਣ ਵਾਲੇ ਭਵਿੱਖ ਦੇ ਵਿੱਚ। ਕੈਮਰਾ ਪਰਸਨ ਰਾਜਵਿੰਦਰ ਸਿੰਘ ਮਿੱਠਾ ਦੇ ਨਾਲ ਪਲਵਿੰਦਰ ਸਿੰਘ, ਡੇਲੀ ਨਿਊਜ਼ ਪੰਜਾਬੀ।